ਬੱਚੋ ਅੱਜ ਆਪਾਂ ਕਰਾਂਗੇ ਮਾਡਲ ਟੈਸਟ ਪੇਪਰ ਮਾਰਚ 2021। ਇਹੀ ਪੈਟਰਨ ਦੇ ਉੱਪਰ ਤੁਹਾਡਾ ਬੱਚੋ ਅੱਜ ਜਿਹੜਾ 14 ਤਰੀਕ ਹੈ ਕੱਲ ਤੋਂ ਪੇਪਰ ਸ਼ੁਰੂ ਹੋਣ ਜਾ ਰਹੇ ਆ। ਸੇਮ ਇਹੀ ਪੈਟਰਨ ਹੈ। ਦੇਖੋ ਬੱਚੋ ਇੱਥੇ ਲਿਖਿਆ ਹੋਇਆ ਤੁਹਾਡਾ ਸਕੂਲ ਇਹ ਜਗ੍ਹਾ ਤੇ, ਤਾਂ ਤੁਸੀਂ ਇੱਥੇ ਆਪਣਾ ਸਕੂਲ ਦਾ ਨਾਮ ਲਿਖੋਗੇ। ਇੱਥੇ ਲਿਖਿਆ ਹੋਇਆ ਸਟੂਡੈਂਟਸ ਨੇਮ, ਇੱਥੇ ਤੁਸੀਂ ਆਪਣਾ ਨੇਮ ਲਿਖ ਦੋਗੇ। ਇੱਥੇ ਕਲਾਸ ਤੁਸੀਂ ਲਿਖ ਦੋਗੇ 3rd, ਠੀਕ ਹੈ। ਔਰ ਰੋਲ ਨੰਬਰ ਇੱਥੇ ਆਪਣਾ ਲਿਖੋਗੇ ਔਰ ਡੇਟ ਲਿਖ ਦੋਗੇ। ਕੱਲ ਪੇਪਰ ਹੈ ਤਾਂ ਕੱਲ ਦੀ ਡੇਟ ਆ ਜਾਊਗੀ। ਔਰ ਮਾਰਕਸ ਇੱਥੇ ਬੱਚੋ ਮੇਨ ਇਹ ਚੀਜ਼ ਧਿਆਨ ਨਾਲ ਦੇਖੋ ਤੁਸੀਂ, ਗੁੱਡ ਹੈਂਡ ਰਾਈਟਿੰਗ ਦੇ ਤੁਹਾਡੇ ਜਿਹੜੇ 10 ਨੰਬਰ ਹੈ, ਬਾਕੀ 70 ਨੰਬਰ ਦਾ ਪੇਪਰ ਹੈ। 10 ਨੰਬਰ ਦੀ ਜਿਹੜੀ ਗੁੱਡ ਹੈਂਡ ਰਾਈਟਿੰਗ ਵਾਲੇ ਹੈ ਇਹ ਤੁਹਾਡੇ ਤੁਸੀਂ ਆਪਣੀ ਕਾਪੀ ਦੇ ਉੱਪਰ ਹੈਂਡ ਰਾਈਟਿੰਗ ਲਿਖ ਕੇ ਆਪਣੇ ਟੀਚਰਸ ਨੂੰ ਵਟਸਐਪ ਕਰਨਾ, ਜਾਂ ਤੁਹਾਡੇ ਟੀਚਰਸ ਅੱਜ ਕੱਲ੍ਹ ਜਿਹੜਾ ਹਫਤੇ 'ਚ 2 ਦਿਨ ਸਕੂਲ ਜਾਂਦੇ ਆ, ਤੁਸੀਂ ਸਕੂਲ ਦੇ ਵਿੱਚ ਉਹਨਾਂ ਨੂੰ ਦੇ ਕੇ ਆਉਣੀ ਹੈ। ਜੇ ਨਹੀਂ ਤੁਸੀਂ ਇੱਥੇ ਬਾਹਰ ਆਪਣੇ ਪਿੰਡ ਵਗੈਰਾ ਆਏ ਹੋਏ ਹੋ ਤਾਂ ਤੁਸੀਂ ਜਿਹੜਾ ਹੈਗਾ ਗੁੱਡ ਹੈਂਡ ਰਾਈਟਿੰਗ ਵਾਲੇ ਪੇਜ ਆਪਣਾ ਬਹੁਤ ਸੋਹਣੀ ਰਾਈਟਿੰਗ ਲਿਖ ਕੇ 10 ਨੰਬਰ ਉਹਦੇ ਤੁਹਾਨੂੰ ਮਿਲਣੇ ਆ। ਬੱਚੋ ਇਹ ਖਾਸ ਕਰਕੇ ਧਿਆਨ ਰੱਖਣੀ ਹੈ ਗੱਲ। ਤਾਂ 10 ਨੰਬਰ ਜਿਹੜੇ ਹੈਗੇ ਆ ਤੁਸੀਂ ਰਾਈਟਿੰਗ ਦੇ ਉੱਪਰ ਇੰਗਲਿਸ਼ ਦੀ, ਜਿਵੇਂ ਹੁਣ ਇੰਗਲਿਸ਼ ਦਾ ਪੇਪਰ ਹੈ ਤਾਂ ਇੰਗਲਿਸ਼ ਦੀ ਰਾਈਟਿੰਗ ਦਾ ਪੇਜ ਤੁਸੀਂ ਲਿਖ ਕੇ ਆਪਣੇ ਟੀਚਰਸ ਨੂੰ ਵਟਸਐਪ ਕਰਨਾ ਔਰ ਫੋਟੋ ਉਹਦੀ ਕਲੀਅਰ ਆਉਣੀ ਚਾਹੀਦੀ ਹੈ। ਅੱਛਾ ਚਲੋ ਬੱਚੋ ਆਪਾਂ ਅੱਗੇ ਚੱਲਦੇ ਹਾਂ ਕਿਵੇਂ ਪੇਪਰ ਆਊਗਾ ਤੁਹਾਡਾ। ਇਸ ਤਰੀਕੇ ਨਾਲ ਦੇਖੋ, ਤੁਹਾਨੂੰ ਸੈਕਸ਼ਨ ਏ, ਤਾਂ ਸੈਕਸ਼ਨ ਏ ਦੇ ਵਿੱਚ ਤੁਹਾਨੂੰ ਕੀ ਦਿੱਤਾ ਹੋਊਗਾ, ਪੈਰਾ ਦਿੱਤਾ ਹੋਊਗਾ। ਪੈਰਾ ਤੁਸੀਂ ਪੜ੍ਹ ਕੇ ਪੈਰੇ ਦੇ ਵਿੱਚੋਂ ਹੀ ਪ੍ਰਸ਼ਨਾਂ ਦੇ ਉੱਤਰ ਲੱਭਣੇ ਆ। ਤਾਂ ਆਪਾਂ ਇਹ ਕਰਦੇ ਹਾਂ। ਪੈਰਾ ਦੇਖੋ, ਇਹਨੂੰ ਜਿਹੜਾ ਰੀਡ ਦਾ ਪੈਸੇਜ ਐਂਡ ਆਨਸਰ ਦਾ ਫੋਲੋਇੰਗ ਕੁਐਸਚਨਸ, ਤਾਂ ਇਹ ਤੁਹਾਡੇ 10 ਨੰਬਰ ਦੇ ਇਹਦੇ ਚੋਂ ਹੋਣਗੇ। ਦੇਖਦੇ ਹਾਂ। ਪਰਮ ਵਾਜ਼ ਅ ਲੇਜ਼ੀ ਬॉय, he loved to stay home and never went out to play with his friends। ਤਾਂ ਲੇਜ਼ੀ ਬॉय ਸੀ, ਉਹ ਹਮੇਸ਼ਾ ਘਰ ਰਹਿਣਾ ਪਸੰਦ ਕਰਦਾ ਸੀ। he used to watch TV and play video games on mobile phone till late night। okay, that is why he never got up early and was always late for school। ਇਸੇ ਕਰਕੇ ਉਹ ਨਾ ਜਲਦੀ ਉੱਠਦਾ ਨਹੀਂ ਸੀ ਉਹ ਔਰ ਲੇਟ ਹੁੰਦਾ ਸੀਗਾ। every day his mother had to pull him out of the bed and push into washroom। ਮਤਲਬ ਹਮੇਸ਼ਾ ਉਹਦੀ ਮਦਰ ਉਹਨੂੰ ਬੈੱਡ 'ਚੋਂ ਖਿੱਚਦੀ ਸੀ ਅਤੇ ਵਾਸ਼ਰੂਮ ਭੇਜਦੀ ਸੀ। he never brushed his teeth properly। ਉਹ ਬਰਸ਼ ਵੀ ਨਹੀਂ ਸੀ ਕਰਦਾ ਆਪਣੇ teeth properly। who loved to stay at home। ਹੁਣ ਕੁਐਸਚਨ ਕੀ ਹੈ, who loved to stay at home, ਕੌਣ ਘਰੇ ਰਹਿਣਾ ਪਸੰਦ ਕਰਦਾ ਸੀ। ਏ 'ਤੇ ਲਿਖਿਆ ਦੇਖੋ ਮਦਰ, ਬੀ 'ਤੇ ਫਰੈਂਡਸ, ਸੀ 'ਤੇ ਪਰਮ, ਡੀ 'ਤੇ ਆਲ ਆਫ ਦਿਸ। ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿੱਥੇ ਟਿਕ ਲਗਾਓਗੇ ਤੁਸੀਂ, ਸੀ ਦੇ ਉੱਪਰ। ਪਰਮ ਆਇਆ ਸੀ ਨਾ ਸਟਾਰਟਿੰਗ ਦੇ ਵਿੱਚ। ਵਟ ਡਿਡ ਪਰਮ ਪਲੇ ਔਨ ਮੋਬਾਈਲ ਫੋਨ। ਮੋਬਾਈਲ ਫੋਨ 'ਤੇ ਉਹ ਕੀ ਖੇਲਦਾ ਸੀ, ਗੇਮਸ, TV, ਪਲੇ, ਜਾਂ ਕੀ ਦਿੱਤਾ ਹੋਇਆ ਨਨ ਆਫ ਅਬਵ। ਤਾਂ ਕੀ ਆਊਗਾ ਇੱਥੇ, ਗੇਮਸ ਖੇਲਦਾ ਸੀ ਮੋਬਾਈਲ ਫੋਨ 'ਤੇ ਉਹ, ਏ 'ਤੇ ਟਿਕ ਲਗਾ ਦਾਂਗੇ। 3rd ਕੁਐਸਚਨ 'ਤੇ ਚੱਲਦੇ ਹਾਂ। ਚੂਜ਼ ਦਾ ਇਨਕਰੈਕਟ ਆਪਸ਼ਨ। ਹੁਣ ਅਸੀਂ ਇਨਕਰੈਕਟ ਦੇਖਣੀ ਹੈ। ਇਨਕਰੈਕਟ ਮਤਲਬ ਜਿਹੜਾ ਗਲਤ ਹੋਊਗਾ। ਇਹ 'ਤੇ ਦੇਖੋ ਕੀ ਲਿਖਿਆ, ਪਰਮ ਵਾਜ਼ ਅ ਲੇਜ਼ੀ ਬॉय। ਲੇਜ਼ੀ ਬॉय ਸੀ, ਇਹ ਤਾਂ ਠੀਕ ਹੈ। ਉਹਨਾਂ ਨੇ ਕਿਹਾ ਕਿਹਦੇ 'ਤੇ ਹੈ, ਇਨਕਰੈਕਟ 'ਤੇ ਲਗਾਉਣੀ ਹੈ। ਹੀ ਵਾਜ਼ ਨੈਵਰ ਲੇਟ ਫॉर ਸਕੂਲ। ਤਾਂ ਨੈਵਰ ਕਦੀ ਨਹੀਂ ਸੀ ਹੁੰਦਾ, ਉਹ ਤਾਂ ਲੇਟ ਹੀ ਹੁੰਦਾ ਸੀ। ਹੀ ਲਵਡ ਟੂ ਸਟੇ ਐਟ ਹੋਮ। ਲਵ ਟੂ ਸਟੇ ਐਟ ਹੋਮ, ਇਹ ਤਾਂ ਠੀਕ ਹੈ। ਇਹ ਵਾਲੀ ਹਾਲੇ ਤੱਕ ਗਲਤ ਆਈ ਹੈ। ਹੀ ਨੈਵਰ ਗੋਟ ਅਪ ਅਰਲੀ, ਉਹ ਜਲਦੀ ਵੀ ਨਹੀਂ ਸੀ ਉੱਠਦਾ। ਤਾਂ ਉਹਨਾਂ ਨੇ ਇਨਕਰੈਕਟ ਆਪਸ਼ਨ ਪੁੱਛੀ ਹੈ। ਇਨਕਰੈਕਟ ਆਪਸ਼ਨ ਬੀ ਹੈ, ਕਿਉਂਕਿ ਉਹ ਲੇਟ ਹੁੰਦਾ ਸੀ ਸਕੂਲ ਤੋਂ। 4th ਕੁਐਸਚਨ ਹੈ, ਚੂਜ਼ ਦਾ ਪਲੂਰਲ। ਤਾਂ ਪਲੂਰਲ ਕੀ ਹੁੰਦਾ ਬੱਚੋ, ਜਿਹੜੀਆਂ ਜ਼ਿਆਦਾ ਚੀਜ਼ਾਂ ਹੋਣ, ਜਿਹਦੇ 'ਚ ਐਸ ਲੱਗਿਆ ਹੋਵੇ। ਜਿਵੇਂ ਹੁਣ ਹੋਮ ਸਿੰਗੂਲਰ ਹੈ, ਸਕੂਲ ਵੀ ਸਿੰਗੂਲਰ ਹੈ, ਗੇਮਸ ਪਲੂਰਲ ਹੈ, ਡੀ 'ਤੇ ਫੋਨ ਹੈ, ਫੋਨ ਸਿੰਗੂਲਰ ਹੈ। ਤਾਂ ਆਪਾਂ ਸੀ ਦੇ ਉੱਪਰ ਟਿਕ ਕਰ ਦਾਂਗੇ। ਨੈਕਸਟ ਹੈਗਾ ਬੱਚੋ ਉਹਦੇ 'ਚ ਤੁਹਾਡਾ 5th ਕੁਐਸਚਨ, ਚੂਜ਼ ਦ ਪ੍ਰੋਨਾਊਨ ਫॉर ਮਦਰ ਵਾਸਤੇ ਤੁਸੀਂ ਪ੍ਰੋਨਾਊਨ ਦੱਸਣਾ ਹੈ। ਹਿਮ ਫਾਦਰ ਵਾਸਤੇ ਹੋਊਗਾ, ਹਿਸ ਵੀ ਫਾਦਰ ਵਾਸਤੇ ਹੋਊਗਾ, ਹਰ ਮਦਰ ਵਾਸਤੇ ਹੋਊਗਾ। ਸੀ 'ਤੇ ਆਪਾਂ ਸਹੀ ਦੀ ਨਿਸ਼ਾਨੀ ਲਗਾਵਾਂਗੇ। ਹੁਣ ਦੇਖੋ ਬੱਚੋ ਇਹ ਸੀਗਾ ਆਪਣਾ ਸੈਕਸ਼ਨ ਏ। ਤਾਂ ਸੈਕਸ਼ਨ ਏ ਤੁਹਾਡਾ ਕਿੰਨੇ ਨੰਬਰ ਦਾ ਸੀਗਾ, 10 ਨੰਬਰ ਦਾ ਸੀ। ਤਾਂ ਇਹ ਤੁਸੀਂ ਪੈਰੇ ਦੇ ਬੇਸ 'ਤੇ ਤੁਸੀਂ ਤੁਹਾਡੇ 10 ਨੰਬਰ ਆ ਜਾਣਗੇ। ਅੱਗੇ ਚੱਲਦੇ ਆ ਸੈਕਸ਼ਨ ਬੀ 'ਤੇ। ਸੈਕਸ਼ਨ ਬੀ ਦੇ ਵਿੱਚ ਤੁਹਾਨੂੰ ਪਿਕਚਰ ਦਿੱਤੀ ਹੋਊਗੀ,
ਉਹ ਦੇਖੋ ਇਹ 6 ਨੰਬਰ ਦਾ ਹੈ, ਇਹ ਸਾਨੂੰ ਕਿੰਨਾ ਹੈ 6 ਨੰਬਰ ਦਾ। ਰੀਡ ਐਂਡ ਆਨਸਰ ਦਾ ਫੋਲੋਇੰਗ ਕੁਐਸਚਨਸ। ਹੁਣ ਪਿਕਚਰ ਦਿੱਤੀ ਹੋਈ ਹੈ, ਨੀਚੇ ਹੁਣ ਕੁਐਸਚਨਸ ਹੈ, ਉਹਦੇ ਅਕੋਰਡਿੰਗਲੀ ਅਸੀਂ ਆਨਸਰ ਦੇਣਾ। ਇਨ ਦਾ ਅਬਵ ਪਿਕਚਰ ਵੀ ਕੈਨ ਸੀ ਅ, ਕਿਹਨੂੰ ਦੇਖ ਰਹੇ ਹੋ ਤੁਸੀਂ ਦੱਸੋ ਬੱਚੋ। ਹੁਣ ਇਹਦੇ 'ਚ ਕੀ ਦਿਖ ਰਿਹਾ, ਇਹ ਕੌਣ ਹੈ, ਇਹ ਜਿਹੜਾ ਹੈਗਾ ਇਹਨੂੰ ਅਸੀਂ ਕੀ ਕਹਿੰਦੇ ਹਾਂ, ਉਹਦੇ 'ਚ ਆਇਆ ਸੀ ਨਾ ਬੀਅਰ ਐਂਡ ਰੈਬਿਟ, ਕੌਣ ਹੈ ਇਹ, ਹੰਟਰ। ਤਾਂ ਇੱਥੇ ਦੇਖੋ ਤੁਹਾਡੇ ਹੰਟਰ ਲਿਖਿਆ ਹੋਇਆ ਨਾ, ਤਾਂ ਡੀ ਆਪਸ਼ਨ ਅਸੀਂ ਡੀ ਤੇ ਟਿਕ ਕਰ ਦਾਂਗੇ, HUNTER ਹੰਟਰ। 6 ਕੁਐਸਚਨ ਹੋ ਗਿਆ। ਹੁਣ ਇਸੇ ਨਾਲ ਰਿਲੇਟਿਡ ਹੈ ਇਸੇ ਸੈਕਸ਼ਨ ਦਾ, ਦ ਹੰਟਰ ਇਜ਼, ਹੰਟਰ ਕੀ ਕਰ ਰਿਹਾ, ਦੇਖੋ ਇਹਦੇ 'ਚ ਕੀ ਕਰ ਰਿਹਾ ਹੰਟਰ, ਇੱਥੇ ਡਿਗਿੰਗ ਕਰ ਰਿਹਾ ਨਾ ਇਹ। ਤਾਂ ਉਹਦੇ 'ਚ ਆਪਾਂ ਦੇਖਦੇ ਹਾਂ ਆਪਸ਼ਨ 'ਚ ਕੀ ਲਿਖਿਆ, ਦ ਹੰਟਰ ਇਜ਼, ਇੱਥੇ ਲਿਖਾਂਗੇ ਕਿ ਅਸੀਂ ਦ ਹੰਟਰ ਇਜ਼ ਡਿਗਿੰਗ, ਸੀ ਤੇ ਸਪੈਲਿੰਗ ਆਉਣੀ ਚਾਹੀਦੀ DIGGING, ਡਿਗਿੰਗ। ਹੁਣ ਕੁਐਸਚਨ ਨੈਕਸਟ ਉਹਦੇ 'ਚ ਹੈ 8th ਕੁਐਸਚਨ ਹੈ ਬੱਚੋ। 8th ਕੁਐਸਚਨ 'ਚ ਉਹਨੇ ਕਿਹਾ ਹੈ ਹੂ ਇਜ਼ ਬਿਹਾਈਂਡ ਦ ਬੁਸ਼ਿਸ, ਬੁਸ਼ਿਸ ਦੇ ਕੌਣ ਪਿੱਛੇ ਸੀ। ਤਾਂ ਬੁਸ਼ਿਸ ਮਤਲਬ ਹੁੰਦਾ ਝਾੜੀਆਂ, ਇਹ ਕੌਣ ਹੈ, ਰੈਬਿਟ ਹੈ, ਰੈਬਿਟ ਪਿੱਛੇ ਸੀ। ਤਾਂ ਅਸੀਂ ਇਹਦੇ 'ਚ ਦੇਖਾਂਗੇ ਕਿੱਥੇ ਲਿਖਿਆ ਹੂ ਇਜ਼ ਬਿਹਾਈਂਡ ਦ ਬੁਸ਼ਿਸ, ਰੈਬਿਟ। ਤੇ ਇਹ 3 ਕੁਐਸਚਨਸ ਤੁਹਾਡੇ 2-2 ਨੰਬਰ ਦੇ ਸੀ, 6 ਨੰਬਰ ਇੱਥੇ ਹੋ ਜਾਣਗੇ ਤੁਹਾਡੇ, 10 ਨੰਬਰ ਪਹਿਲੇ ਸੈਕਸ਼ਨ ਦੇ ਹੋ ਗਏ, 6 ਨੰਬਰ ਇਸ ਸੈਕਸ਼ਨ ਦੇ ਹੋ ਗਏ। ਹੁਣ ਆ ਜੋ ਸੀ ਸੈਕਸ਼ਨ 24 ਨੰਬਰਾਂ ਦਾ ਹੈ, 24 ਨੰਬਰ, 40 ਨੰਬਰ ਤੁਹਾਡੇ ਇੱਥੇ ਬਣ ਰਹੇ ਹੈ। ਤਾਂ ਇਹ ਹੁਣ ਜਿਵੇਂ ਡੂ ਐਜ਼ ਡਾਇਰੈਕਟਡ ਜਿਵੇਂ ਲਿਖਿਆ ਸੀ ਉਵੇਂ। 9th ਕੁਐਸਚਨ ਹੈ ਦ ਕਾਈਟ ਇਜ਼ ਫਲਾਈਂਗ ਡੈਸ਼ ਸਕਾਈ। ਹੁਣ ਕਿੱਥੇ ਹੁੰਦਾ ਦ ਕਾਈਟ ਇਜ਼ ਫਲਾਈਂਗ ਇਨ ਦਾ ਸਕਾਈ, ਤਾਂ ਔਨ ਦਾ ਸਕਾਈ ਤਾਂ ਨਹੀਂ ਹੁੰਦਾ, ਇਨ ਹੁੰਦਾ, ਬੀ ਤੇ ਅਸੀਂ ਟਿਕ ਲਗਾਵਾਂਗੇ। ਚੂਜ਼ ਦਾ ਆਪੋਜ਼ਿਟ, ਆਪੋਜ਼ਿਟ ਮਤਲਬ ਹੁੰਦਾ ਉਲਟ। ਸਵੀਟ ਦਾ ਆਪੋਜ਼ਿਟ ਕੀ ਹੁੰਦਾ, ਸਵੀਟ ਦਾ ਮਤਲਬ ਹੁੰਦਾ ਮਿੱਠਾ, ਮਿੱਠਾ ਦਾ ਆਪੋਜ਼ਿਟ ਕੀ ਹੋਊਗਾ, ਮਿੱਠਾ, ਕੌੜਾ ਜਾਂ ਖੱਟਾ ਕਹਿ ਸਕਦੇ ਹਾਂ ਨਾ। ਤਾਂ ਇੱਥੇ ਦੇਖੋ ਏ ਤੇ ਪਿਆ ਸੌਰ, ਤਾਂ ਏ ਦੇ ਉੱਪਰ ਅਸੀਂ ਟਿਕ ਲਗਾਵਾਂਗੇ, ਇਹ ਆਨਸਰ ਇਹਦਾ ਬੱਚੋ ਠੀਕ ਹੈ, ਸੌਰ ਆ ਜਾਊਗਾ। ਨੈਕਸਟ 11th ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਵਰਡ ਇਜ਼ ਦੇਅਰ ਇਨ ਦਾ ਗ੍ਰਿਡ। ਤਾਂ ਇੱਥੇ ਨੀਚੇ ਆਹ ਕੀ ਦਿੱਤੀ ਹੋਈ ਹੈ, ਇਹ ਗ੍ਰਿਡ ਹੈ, ਇਹਦੇ ਵਿੱਚ ਕਹਿੰਦੇ ਕਿਹੜਾ ਵਰਡ ਹੈ। ਹੁਣ ਪਹਿਲੇ ਤੇ ਲਿਖਿਆ ਪੀਅਰ, ਤਾਂ ਪੀ ਤੇ ਦੇਖੋ ਤੁਸੀਂ, ਪੀ ਦੇ ਉੱਪਰ ਪੀ ਇੱਥੇ ਪਿਆ ਪੀਅਰ, ਪਰਪ ਬਣ ਰਿਹਾ ਤਾਂ ਪੀਅਰ ਬਣ ਨਹੀਂ ਰਿਹਾ। ਤਾਂ ਅਸੀਂ ਜਿਹੜਾ ਹੈਗਾ ਪੀਅਰ ਨਹੀਂ ਬਣ ਰਿਹਾ, ਪਲਮ ਦੇਖਦੇ ਹਾਂ, ਪਲਮ ਦੇਖੋ ਪਲਮ ਬਣ ਰਿਹਾ PL, ਆ ਦੇਖੋ ਇੱਥੇ ਬਣ ਰਿਹਾ ਨਾ PLUM, ਪਲਮ। ਬਾਕੀ ਕੋਈ ਵੀ ਨਹੀਂ ਬਣ ਰਿਹਾ ਬੱਚੋ, ਗ੍ਰੇਪਸ ਦੇ ਵਿੱਚ ਵੀ ਇੱਥੇ M ਆ ਗਿਆ, ਡੇਟ ਵੀ ਨਹੀਂ ਬਣ ਰਿਹਾ, ਤਾਂ ਪਲਮ ਹੀ ਠੀਕ ਹੈ, ਅਸੀਂ ਪਲਮ ਤੇ ਟਿਕ ਲਗਾ ਦਾਂਗੇ। ਨੈਕਸਟ ਕੁਐਸਚਨ 12th ਕੁਐਸਚਨ ਹੈ, ਉਹ ਕਹਿੰਦਾ ਚੂਜ਼ ਦਾ ਔਡ ਵਨ। ਤਾਂ ਔਡ ਵਨ ਦੇ ਵਿੱਚ ਅਸੀਂ ਕੀ ਕਰਨਾ ਹੁੰਦਾ ਹੈ, ਪਹਿਲੇ ਸਾਰੀਆਂ ਆਪਸ਼ਨਸ ਪੜ੍ਹਨੀਆਂ ਹੁੰਦੀਆਂ, ਫਿਰ ਉਹਨਾਂ 'ਚੋਂ ਜਿਹੜਾ ਹੋਊਗਾ ਔਡ। ਏ ਤੇ ਦੇਖੋ ਕੀ ਲਿਖਿਆ ਹੈ ਹੈਂਡ, ਬੀ ਤੇ ਫਿੰਗਰ, ਏ ਤੇ ਸੀ ਤੇ ਆਰਮ, ਡੀ ਤੇ ਗਲਵਸ। ਹੁਣ ਦੇਖੋ ਗਲਵਸ ਡਿਫਰੈਂਟ ਹੈ ਕਿਉਂਕਿ ਬਾਕੀ ਸਾਰੇ ABC ਜਿਹੜੇ ਹੈਗੇ ਬੋਡੀ ਪਾਰਟਸ ਹੈ, ਹੈਂਡ, ਫਿੰਗਰ, ਆਰਮ, ਮਤਲਬ ਹੈਂਡ ਨਾਲ ਰਿਲੇਟਿਡ ਹੋ ਗਏ ਨਾ। ਗਲਵਸ ਤਾਂ ਉਹਨਾਂ ਦੇ ਅਸੀਂ ਪਾਉਂਦੇ ਹਾਂ, ਤਾਂ ਇਹ ਔਡ ਹੋ ਗਿਆ, ਤਾਂ ਅਸੀਂ ਡੀ ਦੇ ਉੱਪਰ ਬੱਚੋ ਟਿਕ ਕਰ ਦਾਂਗੇ, ਡੀ ਨੂੰ ਔਡ ਹੈ। 13th ਕੁਐਸਚਨ ਹੈ ਚੂਜ਼ ਦਾ ਵਰਡ ਹੈਵਿੰਗ ਸਾਇਲੈਂਟ ਲੈਟਰ। ਕਿਹੜਾ ਸਾਇਲੈਂਟ ਲੈਟਰ ਹੈ, ਇਹ ਤੇ ਲਿਖਿਆ ਪਲਾਂਟ, ਪਲਾਂਟ ਦੇ ਵਿੱਚ ਸਾਰੇ ਸਾਊਂਡ ਆ ਰਹੀ ਹੈ, ਸਾਇਲੈਂਟ ਉਹ ਹੁੰਦਾ ਬੱਚੋ ਜਿਹਦੀ ਆਵਾਜ਼ ਨਹੀਂ ਆਉਂਦੀ ਜਦੋਂ ਅਸੀਂ ਬੋਲਦੇ ਹਾਂ। ਓਨੈਸਟ, ਓਨੈਸਟ ਦੇ ਵਿੱਚ ਦੇਖੋ H ਦੀ ਸਾਊਂਡ ਨਹੀਂ ਆ ਰਹੀ, ਤਾਂ ਇਹਦੇ 'ਚ ਇਹ ਵਾਲਾ ਜਿਹੜਾ ਹੈਗਾ ਲੈਟਰ, ਚੂਜ਼ਿੰਗ ਦਾ ਵਰਡ ਹੈਵਿੰਗ ਸਾਇਲੈਂਟ ਲੈਟਰ, ਤਾਂ ਇਹ ਸਾਇਲੈਂਟ ਲੈਟਰ ਇਹਦੇ 'ਚ ਹੈ। ਸੀ ਦੇ ਵਿੱਚ ਸਾਰੇ ਪਰ ਤੁਸੀਂ ਕਰਕੇ ਦੇਖਣੇ ਆ, ਬੋਲਡ ਇਹਦੇ ਸਾਰੀ ਆ ਰਹੀ ਹੈ, ਟਰੀ 'ਚ ਵੀ ਆ ਰਹੀ ਹੈ, ਤਾਂ ਆਪਾਂ ਬੀ ਦੇ ਉੱਪਰ ਟਿਕ ਕਰਾਂਗੇ, ਓਨੈਸਟ ਜਿਹੜਾ ਹੈਗਾ ਸਾਇਲੈਂਟ ਹੈ ਇਹਦੇ 'ਚ। 14th ਕੁਐਸਚਨ ਹੈ ਚੂਜ਼ ਦਾ ਕਰੈਕਟ ਸਪੈਲਿੰਗ। ਤਾਂ ਇਹ ਤਾਂ ਬਹੁਤ ਈਜ਼ੀ ਹੈ ਨਾ, ਸਾਰਿਆਂ ਨੂੰ ਆਉਂਦੇ। ਫੈਮਿਲੀ ਦੇ ਸਪੈਲਿੰਗ ਕੀ ਹੁੰਦੇ, FAMILY, ਫਸਟ ਹੀ ਚੈਪਟਰ ਹੈ ਤੁਹਾਡਾ ਮੀ ਐਂਡ ਮਾਈ ਫੈਮਿਲੀ। 15th ਕੁਐਸਚਨ ਹੈ ਚੂਜ਼ ਦਾ ਇਨਕਰੈਕਟ ਸਟੇਟਮੈਂਟ। ਤੁਸੀਂ ਇਨਕਰੈਕਟ ਸਟੇਟਮੈਂਟ ਇਹਦੇ 'ਚੋਂ ਦੇਖਣੀ ਹੈ। ਹੀ ਪਲੇ ਟੂ ਲਾਈਕ ਕ੍ਰਿਕਟ, ਹੀ ਲਾਈਕਸ ਟੂ ਪਲੇ ਕ੍ਰਿਕਟ, ਹੀ ਲਾਈਕਸ ਪਲੇ ਟੂ ਕ੍ਰਿਕਟ, ਹੀ ਪਲੇ ਲਾਈਕਸ ਟੂ ਕ੍ਰਿਕਟ। ਹੁਣ ਇਹਨਾਂ ਨੇ ਕਿਹਾ ਚੂਜ਼ ਦਾ ਇਨਕਰੈਕਟ ਸਟੇਟਮੈਂਟ। ਇੱਥੇ ਇਨਕਰੈਕਟ ਨਹੀਂ ਬੱਚੋ, ਇੱਥੇ ਤੁਸੀਂ ਲਿਖੋਗੇ ਕਰੈਕਟ, ਕਿਉਂਕਿ ਸਾਰੀਆਂ ਇਹਨਾਂ 'ਚੋਂ ਇੱਕੋ ਹੀ ਕਰੈਕਟ ਹੈ। ਇੱਥੇ ਤੁਸੀਂ ਇਹਨੂੰ ਠੀਕ ਕਰ ਲਿਓ, ਇੱਥੇ ਜਿਹੜਾ ਹੈਗਾ ਕੁਐਸਚਨ ਤੁਹਾਡਾ ਕਰੈਕਟ ਹੈ। ਇਹ ਬੱਚੋ ਮੇਰਾ ਇਹਦੇ 'ਚ ਮੈਂ ਲਿਖ ਉਹਦੇ ਨਾਲ ਰਹੀ ਹਾਂ, ਤਾਂ ਰਾਈਟਿੰਗ ਇਹ ਇਸ ਤਰੀਕੇ ਨਾਲ ਆ ਰਹੀ ਹੈ, ਤੁਸੀਂ ਰਾਈਟਿੰਗ ਸੁੰਦਰ ਲਿਖਣੀ ਹੈ, ਠੀਕ ਹੈ। ਤਾਂ ਇਹਦੇ 'ਚੋਂ ਕਰੈਕਟ, ਇੱਥੇ ਤੁਸੀਂ ਕਰੈਕਟ ਸਟੇਟਮੈਂਟ ਜਿਹੜੀ ਹੈ ਉਹਦੇ 'ਤੇ ਟਿਕ ਲਗਾਉਣਾ, ਹੀ ਲਾਈਕਸ ਟੂ ਪਲੇ ਕ੍ਰਿਕਟ, ਬੀ ਆਪਸ਼ਨ ਸਹੀ ਆਊਗੀ।
16th क्वेश्चन देखो, चूज द डिस्क्राइबिंग वर्ड। डिस्क्राइब केड़ा कर रहा है वर्ड, ठीक है। ए अबाउट, बी ते है कॉल, सी ते स्ट्रॉन्ग, डी ते मैनी। तो चूज द डिस्क्राइबिंग वर्ड। डिस्क्राइबिंग वर्ड ਨੂੰ डिस्क्राइब करे, ਆਪਾਂ अबाउट कहने ਉਹਨੂੰ, ठीक है। ए ਦੇ ਉੱਪਰ ਟਿਕ ਲਗਾਵਾਂਗੇ ਇਹਦੇ 'ਚ। ਅੱਗੇ ਚੂਜ਼ ਦ ਕਰੈਕਟ ਆਪਸ਼ਨ। ਹੁਣ ਅਸੀਂ ਕਰੈਕਟ ਆਪਸ਼ਨ ਤੇ ਟਿਕ ਲਗਾਣੀ ਹੈ। ਹੀ ਹਿਮ ਹੁੰਦਾ, ਠੀਕ ਹੈ। ਸ਼ੀ ਹਰ ਹੁੰਦਾ, ਯੂ ਯੋਰ, ਦੇ ਦੈਮ ਹੁੰਦਾ, ਦੈਟ ਨਹੀਂ ਹੁੰਦਾ। ਦੇ ਦਾ ਅਸੀਂ ਇੱਥੇ ਉਹਨਾਂ ਨੇ ਕਿਹਾ ਚੂਜ਼ ਦਾ ਕਰੈਕਟ ਆਪਸ਼ਨ, ਤਾਂ ਤੁਸੀਂ ਜਿਹੜੀ ਕਰੈਕਟ ਆਪਸ਼ਨ ਦੇ ਉੱਪਰ ਉਹ ਕਹਿੰਦੇ ਹੈ ਟਿਕ ਲਗਾਣੀ ਹੈ। ਸ਼ੀ ਹਰ, ਯੂ ਯੋਰ, ਦੇ ਦੈਟ। ਤਾਂ ਇਹਦੇ 'ਚ ਜਿਹੜਾ ਹੈਗਾ ਕਰੈਕਟ ਜਿਹੜਾ ਦੇਖੋ ਕਿਹੜਾ, ਯੂ ਯੋਰ। ਤਾਂ ए ਦੇ ਉੱਪਰ ਅਸੀਂ ਟਿਕ ਲਗਾ ਦਾਂਗੇ ਕਰੈਕਟ ਆਪਸ਼ਨ, ਠੀਕ ਹੈ। ਜਾਂ ਇਹਦੇ 'ਚ ਬੱਚੋ ਸਾਰੇ ਵੈਸੇ ਬੀ ਵੀ ਕਰੈਕਟ ਹੈ, ਸੀ ਵੀ ਕਰੈਕਟ ਹੈ। ਇਨਕਰੈਕਟ ਜਿਹੜਾ ਹੈ ਉਹ ਦੇ ਦੈਟ ਹੈ। ਤਾਂ ਇਹਦੇ 'ਚ ਵੀ ਕੁਐਸਚਨ ਇੱਥੇ ਇਨ ਆਊਗਾ ਇਹਦੇ 'ਚ, ਠੀਕ ਹੈ। ਇਨਕਰੈਕਟ ਆਪਸ਼ਨ ਲਿਖ ਲਿਓ। ਇਨਕਰੈਕਟ ਆਪਸ਼ਨ ਦੇ ਵਿੱਚ ਅਸੀਂ ਟਿਕ ਲਗਾਵਾਂਗੇ। ਇੱਥੇ ਕੁਐਸਚਨ ਦੇ ਵਿੱਚ ਤੁਸੀਂ ਲਿਖਣਾ ਹੈ ਇਨਕਰੈਕਟ ਔਰ ਡੀ ਦੇ ਉੱਪਰ ਟਿਕ ਲਗਾ ਦੇਣਾ। 18th क्वेश्चन है, चूज आर्टिकल इन द गिवन स्टेटमेंट। तो हम देखो गिवन स्टेटमेंट, इट इज़ डैश अम्ब्रेला। तो यू की है, वॉवल है, अम्ब्रेला तो वॉवल दे अगे असी की लगाने हैं एन, इट इज़ एन अम्ब्रेला। 19th क्वेश्चन है, चूज द करैक्ट स्टेटमेंट। तो करैक्ट स्टेटमेंट असी चूज करनी है। ही इज़ वेरी वीक, शी इज़ वेरी वीक, ਵੀ ਇਜ਼ ਵੈਰੀ ਵੀਕ, ਇਟ ਇਜ਼ ਵੈਰੀ ਵੀਕ। ਤਾਂ ਹੁਣ ਇਹਦੇ 'ਚ ਉਹ ਕਹਿ ਰਿਹਾ ਕਰੈਕਟ ਸਟੇਟਮੈਂਟ ਕਿਹੜੀ ਹੈ। ਤਾਂ ਕਰੈਕਟ ਸਟੇਟਮੈਂਟ, ਹਾਂਜੀ ਬੱਚੋ, ਵੀ ਆਰ ਵੈਰੀ ਵੀਕ। ਇੱਥੇ ਇਹ ਤਾਂ ਜਿਹੜੀ ਹੈਗੀ ਹੈ ਰੋਂਗ ਹੈ। ਇਟ ਇਜ਼ ਵੈਰੀ ਵੀਕ, ਇਹ ਵੀ ਠੀਕ ਹੈ, ਇਹ ਵੀ ਠੀਕ ਹੈ, ਇਹ ਵੀ ਠੀਕ ਹੈ। ਇਹਨਾਂ 'ਚੋਂ ਰੋਂਗ ਸਿਰਫ ਵੀ ਆਰ ਹੈ। ਬੱਚੋ ਇਹ ਵਾਲੀ ਜਿਹੜੀ ਸੈਂਪਲ ਪੇਪਰ ਹੈ ਇਹਦੇ 'ਚ ਕਾਫੀ ਉੱਪਰ ਸਟੇਟਮੈਂਟਸ ਦੇ ਵਿੱਚ ਗੜਬੜ ਹੈ ਥੋੜ੍ਹੀ। ਉੱਪਰ ਇਨਕਰੈਕਟ ਸਟੇਟਮੈਂਟ ਉਹਨਾਂ ਨੇ ਪੁੱਛੀ ਹੋਈ ਹੈ, ਕਿਉਂਕਿ ਜਿਹੜਾ ਬਾਕੀ ਇਹਦੇ 'ਚ ਸਾਰੀਆਂ ਠੀਕ ਹੈ, ਇਨਕਰੈਕਟ ਇਕੱਲੀ ਇੱਕ ਹੈ। ਤਾਂ ਤੁਸੀਂ ਸੀ ਦੇ ਉੱਪਰ ਟਿਕ ਲਗਾ ਦੋਗੇ। 20th क्वेश्चन है, विच ऑफ द फॉलोइंग इज़ नॉट अ नाउन। ਜਿਹੜਾ ਨਾउन नहीं है ਉਹਦੇ ਤੇ ਤੁਸੀਂ ਟਿਕ ਲਗਾਉਣਾ ਹੈ। ਤਾਂ ਦੇਖੋ ਹਸਪੀਟਲ, ਹਸਪੀਟਲ ਤਾਂ ਨਾउन ਹੈ, ਟੇਬਲ ਵੀ ਨਾउन ਹੈ, ਟॉल ਨਾउन ਨਹੀਂ ਹੁੰਦਾ, ਟਰੀ ਨਾउन ਹੈ। ਤਾਂ ਅਸੀਂ ਸੀ ਦੇ ਉੱਪਰ ਟਿਕ ਲਗਾਵਾਂਗੇ। ਨੈਕਸਟ ਚੱਲਦੇ ਹਾਂ ਸੈਕਸ਼ਨ ਡੀ ਤੇ। ਤਾਂ ਸੈਕਸ਼ਨ ਸੀ ਤੱਕ ਬੱਚੋ ਤੁਹਾਡੇ ਹੋ ਗਏ 40 ਕੁਐਸਚਨ, 40 ਨੰਬਰ ਹੋ ਗਏ। ਅੱਗੇ 21 ਕੁਐਸਚਨ, ਹੁਣ ਇਹ 10 ਨੰਬਰ ਦਾ ਕੁਐਸਚਨ ਹੈ। ਹੁਣ ਇਹ ਤੁਸੀਂ ਕੁਐਸਚਨਸ ਦੇ ਆਨਸਰ ਦੇਣੇ ਹੈ। ਤਾਂ ਇਹਦੇ 'ਚ ਕੁਐਸਚਨਸ ਜਿਹੜਾ ਹੈਗਾ ਜਦੋਂ ਆਨਸਰ ਤੁਸੀਂ ਇਹ ਤੁਹਾਡੇ ਉਹਦੇ 'ਚੋਂ ਲਏ ਗਏ ਹੈ, ਬੁੱਕ 'ਚੋਂ ਹੀ ਲਏ ਹੋਏ ਹੈ ਕੁਐਸਚਨਸ। ਇਹਦੇ 'ਚ ਦੇਖੋ ਹੁਣ ਉਹਨਾਂ ਨੇ ਹੂ ਵਾਜ਼ ਲੇਟ ਫॉर ਸਕੂਲ, ਇਹ 4th ਚੈਪਟਰ 'ਚੋਂ ਆਇਆ ਹੋਇਆ ਨਾ। ਕੌਣ ਸੀਗਾ ਲੇਟ? ਇੱਥੇ ਤੁਸੀਂ ਕੀ ਲਿਖਣਾ ਹੈ, ਅਨਮੋਲ ਵਾਜ਼ ਲੇਟ ਫॉर ਸਕੂਲ। ਤਾਂ ਇੱਥੇ ਤੁਸੀਂ ਖੁਦ ਲਿਖਣਾ ਹੈ। ਇਹਦੇ 'ਚ ਤੁਸੀਂ ਲਿਖੋਗੇ ANMOL, ਅਨਮੋਲ। ਉਸ ਤੋਂ ਬਾਅਦ ਸੇਮ ਆਹੀ ਲਾਈਨ ਬੱਚੋ ਤੁਸੀਂ ਲਿਖ ਦੇਣੀ ਹੈ ਵਾਜ਼ ਲੇਟ ਫॉर ਸਕੂਲ, ਜਿਹਦੇ ਨੀਚੇ ਮੈਂ ਲਾਈਨ ਲਗਾਈ ਹੈ। ਇਹ ਤੁਸੀਂ ਆਪਣੀਆਂ ਕਾਪੀਆਂ ਦੇ ਉੱਪਰ ਲਿਖਣੀ ਹੈ। ਅੱਗੇ ਸੈਕਿੰਡ ਕੁਐਸਚਨ ਹੈ, ਹੂ ਲਾਈਕਸ ਕੈਰਟ। ਤਾਂ ਕੈਰਟ ਕਿਹਨੂੰ ਪਸੰਦ ਸੀ? ਰੈਬਿਟ ਨੂੰ ਪਸੰਦ ਸੀ ਨਾ। ਰੈਬਿਟ ਲਾਈਕਸ ਕੈਰਟ। ਤਾਂ ਪਹਿਲਾਂ ਤੁਸੀਂ ਅ ਰੈਬਿਟ ਲਿਖ ਕੇ ਫਿਰ ਲਾਈਕਸ ਕੈਰਟ ਲਿਖ ਦੋਗੇ। ਥਰਡ ਕੁਐਸਚਨ ਹੈ, ਹੂ ਇਜ਼ ਰਾਈਡਿੰਗ ਅ ਬਾਈਸਾਈਕਲ। ਤਾਂ ਬਾਈਸਾਈਕਲ 'ਤੇ ਕੌਣ ਸੀਗਾ? ਵਿਜ਼ਿਟ ਟੂ ਅ ਪਾਰਕ 'ਚ ਪੜ੍ਹਿਆ ਸੀ ਨਾ ਤੁਸੀਂ। ਸਾਈਕਲ ਦੇ ਉੱਪਰ ਜਿਹੜਾ ਨਇਆ ਬਾਈਸਾਈਕਲ ਚਲਾ ਰਿਹਾ ਸੀ, ਪ੍ਰੀਤ ਇਜ਼ ਰਾਈਡਿੰਗ ਹਿਜ਼ ਸਾਈਕਲ। ਤਾਂ ਇੱਥੇ ਕੀ ਲਿਖ ਦੋਗੇ ਤੁਸੀਂ? ਪਹਿਲਾਂ ਲਿਖੋਗੇ ਪ੍ਰੀਤ, PREET, ਪ੍ਰੀਤ ਇਜ਼ ਰਾਈਡਿੰਗ ਅ ਬਾਈਸਾਈਕਲ। ਉਸ ਤੋਂ ਬਾਅਦ ਇਹੀ ਸੇਮ ਨੀਚੇ ਜਿਹੜੀ ਹੈਗੀ ਹੈ ਲਿਖੀ ਹੈ ਲਾਈਨ, ਇਹੀ ਆ ਜਾਣੀ ਹੈ ਬੱਚੋ। ਪ੍ਰੀਤ ਲਿਖ ਕੇ ਇਜ਼ ਰਾਈਡਿੰਗ ਅ ਬਾਈਸਾਈਕਲ। फोर्थ क्वेश्चन है, व्हाट गोज़ हाई एंड लो। द स्विंग ਉਹਦੇ ਚੋਂ ਹੈ व्हाट गोज़ हाई एंड लो, ਕੀ ਜਾ ਰਿਹਾ ਸੀ ਉੱਪਰ, ਹਾਈ ਐਂਡ ਲੋ। ਤਾਂ ਇਹ ਜਿਹੜਾ ਹੈਗਾ ਇਹਦਾ ਆਨਸਰ ਕੀ ਹੈ? ਇਹਦਾ ਆਪਾਂ ਆਨਸਰ ਲਿਖਾਂਗੇ
ਤੇ ਇੱਥੇ ਵਟ ਗੋਜ਼ ਹਾਈ ਐਂਡ ਲੋ ਚੈਪਟਰ ਦਾ ਨਾਮ ਹੀ ਦ ਸਵਿੰਗ ਲਿਖਿਆ ਹੋਇਆ ਹੈ, ਤਾਂ ਤੁਸੀਂ ਲਿਖੋਗੇ ਦ ਸਵਿੰਗ ਗੋਜ਼ ਹਾਈ ਐਂਡ ਲੋ। ਪਹਿਲਾਂ ਤੁਸੀਂ ਲਿਖ ਦੋਗੇ ਦ ਸਵਿੰਗ, ਫਿਰ ਲਿਖੋਗੇ ਗੋਜ਼ ਹਾਈ ਐਂਡ ਲੋ। ਇਹ ਤੁਸੀਂ ਚੈਪਟਰਸ ਕਰ ਲਏ ਹੈ ਨਾ, ਉਹੀ ਚੈਪਟਰਸ ਦੇ ਵਿੱਚੋਂ ਹੀ ਹੈ ਬੱਚੋ। 5th ਕੁਐਸਚਨ ਹੈ ਵੇਅਰ ਇਜ਼ ਸ਼ੀਨਾ ਗੋਇੰਗ। ਤਾਂ ਸ਼ੀਨਾ ਕਿੱਥੇ ਜਾ ਰਹੀ ਸੀਗੀ? ਸ਼ੀਨਾ ਇਜ਼ ਗੋਇੰਗ ਟੂ ਦ ਮਾਰਕੀਟ। ਸ਼ੀਨਾ ਇਜ਼ ਗੋਇੰਗ ਟੂ ਮਾਰਕੀਟ। ਪਹਿਲਾਂ ਤੁਸੀਂ ਲਿਖੋਗੇ ਸ਼ੀਨਾ, ਇੱਥੇ ਪਹਿਲਾਂ ਕੈਪੀਟਲ ਦੇ ਵਿੱਚ ਲਿਖੋਗੇ ਸ਼ੀਨਾ, ਫਿਰ ਲਿਖੋਗੇ ਇਜ਼ ਗੋਇੰਗ ਟੂ ਮਾਰਕੀਟ। ਜੀ ਕੈਪੀਟਲ ਨਹੀਂ ਪਾਣਾ, ਇਹ ਗੱਲ ਦੇ ਧਿਆਨ ਰੱਖਣਾ ਤੁਸੀਂ, ਠੀਕ ਹੈ। ਉਸ ਤੋਂ ਬਾਅਦ ਹੈ ਹੂ ਆਰ ਪਲੇਇੰਗ ਫੁੱਟਬਾਲ। ਇਹ ਅ ਵਿਜ਼ਿਟ ਟੂ ਅ ਪਾਰਕ ਚੋਂ ਲਿਆ ਗਿਆ। ਤਾਂ ਕੌਣ ਜਿਹੜਾ ਹੈਗਾ ਫੁੱਟਬਾਲ ਕੌਣ ਖੇਲ ਰਿਹਾ ਸੀਗਾ? ਉਹਦੇ 'ਚ ਬੱਚੇ ਸੀ ਨਾ, ਸਮ ਚਿਲਡਰਨ ਆਰ ਪਲੇਇੰਗ ਫੁੱਟਬਾਲ। ਤਾਂ ਤੁਸੀਂ ਕੀ ਲਿਖੋਗੇ ਇੱਥੇ? ਸਮ ਚਿਲਡਰਨ ਆਰ ਪਲੇਇੰਗ ਫੁੱਟਬਾਲ। ਇੱਥੇ ਆਪਣੇ ਲਿਖਣਾ ਹੈ, ਪਹਿਲਾਂ ਲਿਖ ਦੇਣਾ ਸਮ SOME ਸਮ, ਫਿਰ ਚਿਲਡਰਨ CHILDREN ਸਮ ਚਿਲਡਰਨ। ਉਸ ਤੋਂ ਬਾਅਦ ਆਹ ਬੱਚੋ ਲਾਈਨ ਲਿਖ ਦੇਣੀ ਆਰ ਪਲੇਇੰਗ ਫੁੱਟਬਾਲ। ਤਾਂ ਇਹ ਵਾਲਾ ਕੁਐਸਚਨ ਹੋ ਗਿਆ। 22 ਹੈ ਰਾਈਟ ਦ ਨੇਮ ਆਫ ਵੈਜੀਟੇਬਲਸ। ਤਾਂ ਵੈਜੀਟੇਬਲਸ ਵਾਲਾ ਕੁਐਸਚਨ ਬੇਟੇ ਤੁਹਾਡਾ 5 ਨੰਬਰ ਦਾ। ਤੇ ਇੱਥੇ ਤੁਸੀਂ ਵੈਜੀਟੇਬਲਸ ਦੇ ਨੇਮ ਲਿਖਣੇ ਹੈ। ਜਿਹੜੀ ਵੈਜੀਟੇਬਲਸ ਦੇ ਨੇਮ ਤੁਹਾਨੂੰ, ਜਿਨ੍ਹਾਂ ਦੇ ਤੁਹਾਨੂੰ ਸਪੈਲਿੰਗ ਬਿਲਕੁਲ ਸਹੀ ਆਉਂਦੇ ਹੈ, ਤੁਸੀਂ ਉਹ ਵਾਲੀਆਂ ਵੈਜੀਟੇਬਲਸ ਲਿਖਣੀਆਂ ਨੇ। ਇਹ ਗੱਲ ਦਾ ਧਿਆਨ ਰੱਖਣਾ ਹੈ। ਸਪੈਲਿੰਗ ਜੇ ਬਾਈ ਚਾਂਸ ਤੁਹਾਨੂੰ ਲੱਗਦਾ ਹੈ ਵੀ ਇਹ ਵਾਲੀ ਔਖੀ ਵੈਜੀਟੇਬਲ ਹੈ, ਤਾਂ ਉਹ ਤੁਸੀਂ ਵੈਜੀਟੇਬਲ ਨਹੀਂ ਲਿਖੋਗੇ ਇੱਥੇ, ਠੀਕ ਹੈ, ਕਿਉਂਕਿ ਉਹੀ ਫਿਰ ਤੁਹਾਡੀਆਂ ਮਿਸਟੇਕਸ ਹੋ ਜਾਣਗੀਆਂ। ਸਿੰਪਲ ਲਿਖ ਦੇਣੀ ਹੈ। ਪੀਜ਼ ਲਿਖ ਦਿਓ PEAS ਪੀਸ, ਕੈਪਸੀਕਮ CAPSICUM ਕੈਪਸੀਕਮ ਲਿਖ ਦੋਗੇ। 5 ਲਿਖਣੀ ਹੈ ਇੱਥੇ ਕਿਉਂਕਿ ਇੱਕ ਨੰਬਰ ਦੀ ਹੈ। ਕੈਪਸੀਕਮ ਲਿਖ ਦੋਗੇ। ਹੋਰ ਵੈਜੀਟੇਬਲਸ ਲੇਡੀ ਫਿੰਗਰ LADY ਲੇਡੀ FINGER ਲੇਡੀ ਫਿੰਗਰ। ਕੈਰਟ CARROT ਕੈਰਟ। ਬ੍ਰਿੰਜਲ BRINJAL ਬ੍ਰਿੰਜਲ। ਜੇ ਤੁਹਾਨੂੰ ਕੋਈ ਹੋਰ ਆਉਂਦੀਆਂ ਤੁਸੀਂ ਉਹ ਵੀ ਲਿਖ ਸਕਦੇ ਹੋ, ਜ਼ਰੂਰੀ ਨਹੀਂ ਤੁਸੀਂ ਇਹੀ ਲਿਖਣੀਆਂ ਨੇ। ਤੇ ਇੱਥੋਂ ਬੱਚੋ ਤੁਹਾਡੀਆਂ ਵੈਜੀਟੇਬਲਸ ਹੋ ਜਾਣਗੀਆਂ। ਉਸ ਤੋਂ ਬਾਅਦ ਉਹ ਕਹਿ ਰਿਹਾ ਰਾਈਟ ਐਨੀ 2 sentences ਫॉर ਦ ਗਿਵਨ ਪਿਕਚਰ। ਤਾਂ ਤੁਹਾਨੂੰ ਦੇਖੋ ਪਿਕਚਰ ਦਿੱਤੀ ਹੋਈ ਹੈ, ਇਹਦੇ ਤੋਂ ਤੁਸੀਂ ਕੋਈ 2 ਸੈਂਟੈਂਸ ਲਿਖਣੇ ਆ। 2 ਸੈਂਟੈਂਸ ਤੁਹਾਡੇ ਕਿੰਨੇ ਨੰਬਰ ਦੇ ਹੋਣਗੇ? 5 ਨੰਬਰ ਦੇ। ਇੱਕ ਸੈਂਟੈਂਸ ਤੁਹਾਡਾ 2.5 ਨੰਬਰ ਦਾ। ਤਾਂ ਇੱਕ ਸੈਂਟੈਂਸ ਤੁਸੀਂ 2.5 ਨੰਬਰ ਦਾ। ਧਿਆਨ ਨਾਲ ਦੇਖੋ ਹੁਣ ਪਿਕਚਰ ਨੂੰ। ਪਿਕਚਰ ਦੇ ਵਿੱਚ ਬੱਚੋ ਦੇਖੋ ਸਟਾਰਟਿੰਗ ਇੱਥੇ ਜਿਹੜਾ ਇਹ ਕੀ ਦਿਖ ਰਿਹਾ? ਗਾਰਡਨਰ ਕੀ ਕਰ ਰਿਹਾ? ਵਾਟਰਿੰਗ ਦ ਪਲਾਂਟਸ। ਤਾਂ ਤੁਸੀਂ ਸੈਂਟੈਂਸ ਲਿਖ ਸਕਦੇ ਹੋ ਦ ਗਾਰਡਨਰ ਇਜ਼ ਵਾਟਰਿੰਗ ਦ ਪਲਾਂਟਸ, ਠੀਕ ਹੈ। ਦ ਗਾਰਡਨਰ ਇਜ਼ ਵਾਟਰਿੰਗ ਦ ਪਲਾਂਟਸ। ਇੱਥੇ ਤੁਸੀਂ ਸਪੈਲਿੰਗ ਲਿਖ ਦੋਗੇ ਦ THE ਦ। ਉਸ ਤੋਂ ਬਾਅਦ ਗਾਰਡਨਰ GARDENER ਗਾਰਡਨਰ। ਸਪੈਲਿੰਗ ਠੀਕ ਹੋਣੇ ਚਾਹੀਦੇ ਆ ਤੁਹਾਡੇ। ਉਸ ਤੋਂ ਬਾਅਦ ਲਿਖ ਦੋਗੇ ਇਜ਼। ਬੱਚੋ ਇਹ ਪ੍ਰੋਪਰ ਲਾਈਨ ਦੇ ਵਿੱਚ ਲਿਖਣਾ ਹੈ ਇਜ਼। ਉਸ ਤੋਂ ਬਾਅਦ ਇਹਦੇ ਨੀਚੇ ਲਿਖਣਾ ਹੈ, ਮੈਂ ਇਸ ਪੇਜ ਤੇ ਲਿਖ ਰਹੀ ਹਾਂ ਬਟ ਤੁਸੀਂ ਇੱਥੇ ਨੀਚੇ ਲਿਖੋਗੇ ਇਜ਼ ਵਾਟਰਿੰਗ WATERING ਵਾਟਰਿੰਗ ਦ THE ਦ। ਉਸ ਤੋਂ ਬਾਅਦ ਪਲਾਂਟਸ PLANTS ਪਲਾਂਟਸ। ਇੱਕ ਸੈਂਟੈਂਸ ਇਹ ਹੋ ਗਿਆ, ਠੀਕ ਹੈ। ਸੈਕਿੰਡ ਸੈਂਟੈਂਸ ਤੁਸੀਂ ਲਿਖ ਦੋਗੇ। ਹੁਣ ਦੇਖੋ ਇੱਥੇ ਤੁਹਾਨੂੰ ਜਿਹੜਾ ਵੀ, ਕਿਉਂਕਿ ਬੱਚੇ ਇੱਥੇ ਜਿਹੜੇ ਹੈਗੇ ਆ ਕੁਛ ਸਵਿੰਗ ਕਰ ਰਹੇ ਹੈ, ਕੁਛ ਫਲਾਈਂਗ ਕਾਈਟ ਕਰ ਰਹੇ ਹੈ, ਇੱਕ ਰਾਈਡਿੰਗ ਸਾਈਕਲ ਕਰ ਰਿਹਾ ਹੈ, ਬਾਕੀ ਆਹ ਲੈ ਰਹੇ ਹੈ, ਠੀਕ ਹੈ। ਤਾਂ ਤੁਸੀਂ ਕੋਈ ਵੀ ਸੈਂਟੈਂਸ ਜਾਂ ਜਿਹੜਾ ਤੁਹਾਨੂੰ ਲੱਗਦਾ ਵੀ ਜਿਹਦੇ ਅਸੀਂ ਸਪੈਲਿੰਗ ਠੀਕ ਲਿਖ ਸਕਦੇ ਹਾਂ ਉਹ ਵਾਲੇ ਜਿਹੜਾ ਹੈਗਾ ਤੁਸੀਂ ਲਿਖ ਦਿਓ। ਇਹ ਵਿਜ਼ਿਟ ਟੂ ਅ ਪਾਰਕ 'ਚੋਂ ਹੀ ਬੱਚੋ ਇਹ ਵਾਲਾ ਲਿਆ ਗਿਆ ਇਹਨਾਂ ਨੇ। ਜਾਂ ਤੁਸੀਂ ਲਿਖ ਸਕਦੇ ਹੋ ਜਿਵੇਂ ਲੇਡੀ ਬੈਠੀ ਹੈ ਨਾ ਇਹ ਬੈਂਚ ਦੇ ਉੱਪਰ, ਤਾਂ ਅ ਲੇਡੀ ਇਜ਼ ਸਿਟਿੰਗ ਔਨ ਅ ਬੈਂਚ। ਤੇ ਇਹ ਵੀ ਲਿਖ ਸਕਦੇ ਹੋ ਤੁਸੀਂ ਅ ਲੇਡੀ
is sitting, SITTING, sitting ਹੁਣ on लिखना है, ठीक है, on the on a bench, BENCH, ठीक है। ਇਹ ਤੁਸੀਂ ਆਪਣੀ ਬੁੱਕ 'ਚੋਂ ਵੀ ਦੇਖ ਸਕਦੇ ਹੋ ਸੈਂਟੈਂਸ, 2 ਸੈਂਟੈਂਸ ਇੱਥੇ ਲਿਖ ਦੋਗੇ, ਆ ਦਿੱਤਾ ਹੋਇਆ ਸਪੇਸ ਹੈ ਨਾ, ਆਪਾਂ ਸੌਰੀ ਇੱਥੇ ਸਪੇਸ ਤੁਹਾਨੂੰ ਦਿੱਤੀ ਹੋਈ ਸੀ, ਇਹੀ ਦੋਨੋਂ ਸੈਂਟੈਂਸ ਤੁਸੀਂ ਇੱਥੇ ਲਿਖ ਦੇਣੇ। 24th ਕੁਐਸਚਨ ਹੈ, ਕੰਪਲੀਟ ਦਾ ਫੋਲੋਇੰਗ ਸੈਂਟੈਂਸ ਟੂ ਰਾਈਟ ਅਬਾਊਟ ਯੋਰਸੈਲਫ। ਤਾਂ ਇੱਥੇ ਤੁਸੀਂ ਆਪਣੇ ਬਾਰੇ ਲਿਖਣਾ ਹੈ, ਆਪਣਾ ਇੱਥੇ ਨਾਮ ਲਿਖਣਾ ਹੈ, ਮਾਈ ਨੇਮ ਇਜ਼, ਇੱਥੇ ਆਪਣਾ ਤੁਸੀਂ ਨਾਮ ਲਿਖ ਦੋਗੇ। ਮਾਈ ਫਾਦਰਸ ਨੇਮ, ਇੱਥੇ ਆਪਣੇ ਫਾਦਰ ਦਾ ਨੇਮ, ਸਪੈਲਿੰਗ ਸਹੀ ਹੋਣੇ ਚਾਹੀਦੇ ਹੈ। ਮਾਈ ਮਦਰਸ ਨੇਮ, ਇੱਥੇ ਆਪਣੀ ਮੰਮੀ ਦਾ ਨਾਮ ਲਿਖੋਗੇ। ਆਈ ਰੀਡ ਇਨ, ਇੱਥੇ ਤੁਸੀਂ ਸਾਰੇ ਲਿਖੋਗੇ ਆਈ ਰੀਡ ਇਨ 3rd ਕਲਾਸ, ਸਾਰੇ 3rd ਕਲਾਸ 'ਚ ਪੜ੍ਹਦੇ ਹੋ ਨਾ। ਆਈ ਐਮ, ਹੁਣ ਆਈ ਐਮ ਤੁਸੀਂ ਜਿੰਨੇ ਵੀ ਈਅਰਸ ਦੇ ਹੋ ਉਹ ਤੁਸੀਂ ਲਿਖ ਦੇਣਾ ਹੈ। ਜੇ ਤੁਸੀਂ 10 ਈਅਰਸ ਦੇ ਹੋ ਤਾਂ TEN 10 ਲਿਖ ਦੋਗੇ, ਠੀਕ ਹੈ ਬੱਚੋ। ਇੱਥੇ ਤੱਕ ਤੁਹਾਡੇ ਬਣ ਜਾਂਦੇ ਆ ਨੰਬਰ 70। ਸਟਾਰਟਿੰਗ 'ਚ ਦੇਖੋ ਆਪਣੇ ਕਿੰਨੇ ਨੰਬਰ ਦਾ ਪੇਪਰ ਸੀਗਾ, ਮੈਂ 1 ਮਿੰਟ ਉਹ ਤੁਹਾਨੂੰ ਦਿਖਾ ਦਾਂ। ਸਟਾਰਟਿੰਗ ਦੇ ਵਿੱਚ 70 ਨੰਬਰ ਦਾ ਪੇਪਰ ਸੀ, ਦੇਖੋ, ਤਾਂ ਇੱਥੇ ਤੁਹਾਡੇ 70 ਨੰਬਰ ਪੂਰੇ ਹੋ ਰਹੇ ਹੈ। ਨੈਕਸਟ 10 ਨੰਬਰ ਤੁਹਾਡੇ ਹੈਂਡਰਾਈਟਿੰਗ ਦੇ ਹੈ, ਤਾਂ ਉਹ ਲਾਸਟ ਦੇ ਵਿੱਚ ਜਿਹੜਾ 10 ਨੰਬਰ ਹੈ ਇਹ ਸਾਰੇ ਬੱਚਿਆਂ ਨੇ ਤੁਸੀਂ, ਤੁਹਾਡਾ ਕੱਲ੍ਹ ਪੇਪਰ ਹੈ ਇੰਗਲਿਸ਼ ਦਾ, ਤੁਸੀਂ ਸਾਰਿਆਂ ਨੇ ਇੱਕ ਪੇਜ ਮੈਨੂੰ WhatsApp ਕਰਨਾ ਹੈ। ਸਾਰੇ ਧਿਆਨ ਨਾਲ ਸੁਣ ਲਓ, ਸਾਰੇ ਬੱਚਿਆਂ ਨੇ ਆਪਣੇ ਟੀਚਰਸ ਨੂੰ ਗੁੱਡ ਹੈਂਡਰਾਈਟਿੰਗ ਦੇ ਵਿੱਚ 10 ਨੰਬਰ ਦਾ ਪੇਪਰ, 10 ਨੰਬਰ ਹੈ ਤੁਹਾਡੇ, ਆਪਣੀ ਤੁਸੀਂ ਕਾਪੀ ਦੇ ਉੱਪਰ ਇੱਥੇ ਪ੍ਰੋਪਰ ਲਾਈਨਾਂ ਲਿਖ ਕੇ ਸੋਹਣੀ ਹੈਂਡਰਾਈਟਿੰਗ 'ਚ ਫਸਟ ਲੈਟਰ ਕਿਹੜਾ ਹੁੰਦਾ, ਕੈਪੀਟਲ ਹੁੰਦਾ, ਐਂਡ ਦੇ ਵਿੱਚ ਫੁੱਲ ਸਟਾਪ ਆਉਣਾ ਹੈ, ਫੁੱਲ ਸਟਾਪ ਲਗਾਓਗੇ। ਸਟਾਰਟਿੰਗ ਦੇ ਵਿੱਚ ਕਿੱਥੇ ਜਿਹੜਾ ਸੈਂਟੈਂਸ 'ਚ ਕੌਮਾ ਆਉਣਾ, ਇਹ ਸਾਰੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ। ਓਕੇ ਬੱਚੋ, ਆਲ ਦਾ ਬੈਸਟ। ਧਿਆਨ ਨਾਲ ਕਰਨਾ ਸਾਰੇ ਬੱਚਿਆਂ ਨੇ ਪੇਪਰ ਕਰ।